ਸਭ ਤੋਂ ਪਹਿਲਾਂ ਨੀਰੂ ਮੈਮ ਕੋਲੇ ਹੈ ਨਾ ਸਕ੍ਰਿਪਟ ਪਹੁੰਚੀ ਸੀਗੀ ਜਾਂ ਉਹਨਾਂ ਨਾਲ ਸ਼ੇਅਰ ਹੋਇਆ ਸੀਗਾ ਆਈਡੀਆ। ਅਸੀਂ ਸਰਤਾਜ ਸਰ ਨੂੰ ਨਰੇਟ ਕਰਨੀ ਸੀ, ਉਦੋਂ ਮੈਂ ਬਹੁਤ ਨਰਵਸ ਸੀ ਕਿਉਂਕਿ ਸਰ ਬਹੁਤ ਬਰੀਕੀ 'ਚ ਜਾਂਦੇ ਨੇ, ਬਹੁਤ ਡਿਟੇਲਿੰਗ ਚੀਜ਼ਾਂ ਦੀ ਦੇਖਦੇ ਆ ਹੈ ਨਾ, ਉਹ ਹਿਸਟਰੀ 'ਚ ਜਾਂਦੇ ਨੇ। ਤਾਂ ਉਹ ਸਾਰੀ ਪ੍ਰੈਪਰੇਸ਼ਨ ਕਿ ਓਕੇ ਮੈਂ ਰੈਡੀ ਹਾਂ। ਪੰਜਾਬੀ ਟੇਸ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਫਿਲਮ ਆ ਰਹੀ ਹੈ ਜੀ ਕਲੀ ਜੋਟਾ ਤੇ ਫਿਲਮ ਦੇ ਲੇਖਕ ਹਰਿੰਦਰ ਕੌਰ ਜੀ ਮੇਰੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਮੈਂ ਠੀਕ, ਵਧੀਆ, ਤੁਸੀਂ ਦੱਸੋ? ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਕਿ ਤੁਹਾਡੀ ਫਿਲਮ ਜਿਹੜੀ ਹੈ ਡਾਕਟਰ ਸਰਤਾਜ ਤੇ ਨੀਰੂ ਬਾਜਵਾ ਮੈਮ ਦੇ ਨਾਲ ਆ ਰਹੀ ਹੈ। ਥੈਂਕ ਯੂ ਜੀ। ਓਬਵੀਅਸਲੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਸਾਰੇ ਬਹੁਤ ਐਕਸਪੀਰੀਅੰਸਡ ਨੇ ਅਤੇ ਮੇਰਾ ਫਸਟ ਸਟੈਪ ਉਹਨਾਂ ਨਾਲ ਸ਼ੁਰੂ ਹੋ ਰਿਹਾ, ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ। ਕੰਗ੍ਰੈਚੁਲੇਸ਼ਨਸ ਦੇ ਨਾਲ ਤੁਹਾਡਾ ਧੰਨਵਾਦ ਵੀ ਹੈ ਕਿਉਂਕਿ ਜਦੋਂ ਕੁੜੀਆਂ ਜਦੋਂ ਰਾਈਟਿੰਗ ਦੇ ਵਿੱਚ ਆਉਂਦੀਆਂ ਨੇ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ, ਤੇ ਉਹ ਆਪਣਾ ਥਾਟ ਪ੍ਰੋਸੈਸ ਰਿਪਰੈਜ਼ੈਂਟ ਕਰਦੀਆਂ ਨੇ। ਸੋ ਇਸ ਕਰਕੇ ਇੱਕ ਧੰਨਵਾਦ ਵੀ ਹੈ ਵੀ ਇੱਕ ਫੀਮੇਲ ਓਰੀਐਂਟਡ ਚੀਜ਼ਾਂ ਵੀ ਹੁਣ ਵੇਖਣ ਨੂੰ। ਹਾਂਜੀ, ਨਹੀਂ, ਥੈਂਕ ਯੂ ਸੋ ਮੱਚ। ਜੇ ਤੁਸੀਂ ਹੈ ਨਾ ਇਹ ਤੁਹਾਨੂੰ ਇਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖ ਰਹੇ ਹੋ ਤਾਂ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਨਾ। ਮੇਰੇ ਲਈ ਮੈਂ ਬਹੁਤ ਧੰਨਵਾਦੀ ਹਾਂ ਹੈ ਨਾ ਤੁਹਾਡੀ ਜਾਂ ਉਸ ਆਡੀਅੰਸ ਦੀ ਜਿਹੜੀ ਇਸ ਚੀਜ਼ ਨੂੰ ਇੰਨਾ ਪੋਜ਼ੀਟਿਵ ਰਿਸਪਾਂਸ ਦੇ ਰਹੀ ਹੈ ਨਾ। ਤਾਂ ਉਸ ਚੀਜ਼ ਨਾਲ ਮੇਰੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ। ਅੱਛਾ, ਜਿਸ ਦਿਨ ਇਹ ਦਿਮਾਗ ਦੇ ਵਿੱਚ ਆਈਡੀਆ ਆਇਆ ਸੀ, ਫਿਰ ਬਾਅਦ ਉਹਦੇ ਵਿੱਚ ਕੰਮ ਹੋਇਆ ਹੋਣਾ ਆ ਤੇ ਬਾਅਦ ਵਿੱਚ ਗੱਲ ਹੋਈ ਹੋਣੀ ਆ, ਕਾਸਟਿੰਗ ਹੋਈ, ਸਭ ਕੁਛ ਹੋਇਆ, ਉਹ ਦਿਨ ਤੇ ਅੱਜ ਦਾ ਦਿਨ ਕੀ ਫੀਲਿੰਗ ਹੈ ਤੇ ਘਰਦਿਆਂ ਦਾ ਕੀ ਰਿਸਪੌਂਸ? ਮੈਨੂੰ ਲੱਗਦਾ ਮੇਰੇ ਲਈ ਇਹ ਸਾਰਾ ਕੁਛ ਇੱਕ ਸੁਪਨੇ ਵਾਂਗੂ ਹੈ। ਮੈਨੂੰ ਇਹ ਲੱਗਦਾ ਕਿ ਅੱਛਾ ਇਹ ਸਭ ਕੁਛ ਹੋ ਗਿਆ, ਇਹ ਸਭ ਕੁਛ ਪੋਸੀਬਲ ਹੋ ਗਿਆ, ਫਿਲਮ ਬਣ ਗਈ, ਕੰਪਲੀਟ ਹੋ ਗਈ। ਕਿਉਂਕਿ ਸ਼ੁਰੂ ਤੋਂ ਹੈ ਨਾ ਜਿਵੇਂ ਫਿਲਮ ਸ਼ੁਰੂ ਹੋਈ ਤਾਂ ਮੈਂ ਫਸਟ ਟਾਈਮ ਸਭ ਚੀਜ਼ਾਂ ਕਰ ਰਹੀ ਸੀ। ਇਸ ਤੋਂ ਪਹਿਲਾਂ ਮੈਂ ਗੀਤ ਲਿਖੇ ਸੀਗੇ ਹੈ ਨਾ, ਦਾਦੂ ਦੀ ਫਿਲਮ 'ਚ ਸੀ, ਹੋਰ ਇੱਕ ਦੋ ਫਿਲਮਾਂ 'ਚ ਸੀਗੇ। ਤਾਂ ਮਤਲਬ ਉਹਦੇ 'ਚ ਤੁਹਾਨੂੰ ਇੰਨਾ ਉਹ ਨਹੀਂ ਹੁੰਦਾ ਕਿ ਤੁਸੀਂ ਗੀਤ ਲਿਖ ਕੇ ਦਿੱਤਾ, ਚਲੋ ਅਗਰ ਅੱਛਾ ਲੱਗੇਗਾ ਤਾਂ ਹੋ ਜਾਏਗਾ, ਨਹੀਂ ਤਾਂ ਨਹੀਂ ਹੋਊਗਾ, ਤੁਸੀਂ ਉਹਨੂੰ ਦੇਖੋਗੇ ਅੱਛਾ ਕਿ ਮੈਂ ਇਹ ਕਮੀ ਸੀ ਮੇਰੇ ਗੀਤ 'ਚ ਜਾਂ ਜੋ ਵੀ ਸੀ ਹੈ ਨਾ। ਤਾਂ ਸਕ੍ਰਿਪਟ ਦੇ ਵਿੱਚ ਜਦੋਂ ਮਤਲਬ ਦਾਦੂ ਨੂੰ ਪਸੰਦ ਆ ਗਈ ਤਾਂ ਅੱਗੇ ਮਤਲਬ ਫਿਰ ਐਕਟਰਸ ਨੂੰ ਵੀ ਪਸੰਦ ਆਵੇ ਜਾਂ ਅੱਗੇ ਬਹੁਤ ਸਾਰੀਆਂ ਤੁਹਾਡੇ ਲਈ ਚੈਲੰਜਸ ਹੁੰਦੇ ਨੇ ਹੈ ਨਾ। ਫਿਰ ਸਾਨੂੰ ਸ਼ੂਟ ਦੌਰਾਨ ਕੋਵਿਡ ਸੀਗਾ ਕਿ ਸਾਡਾ ਜਿਹੜਾ ਸ਼ੂਟ ਹੈ ਉਹ ਡਿਲੇ ਹੋ ਗਿਆ, ਵਿੱਚੋਂ ਅਸੀਂ ਮਤਲਬ ਸਾਡੇ ਤਿੰਨ ਸਕੈਜੂਅਲ 'ਚ ਅਸੀਂ ਉਹਨੂੰ ਪੂਰਾ ਕੀਤਾ ਹੈ ਨਾ। ਅਤੇ ਉਹ ਬਹੁਤ ਕੁਛ ਸੀਗਾ ਜਿਹੜਾ ਐਵੇਂ ਲੱਗਦਾ ਸੀ ਕਿ ਯਾਰ ਫਿਲਮ ਅਸੀਂ ਕੰਪਲੀਟ ਕਰ ਲਈਏ ਜਿਵੇਂ ਵੀ ਹੋਵੇ ਹੈ ਨਾ। ਦੈਨ ਫਿਲਮ ਕੰਪਲੀਟ ਹੋ ਗਈ, ਫਿਰ ਸਾਡੀਆਂ ਰਿਲੀਜ਼ਿੰਗ ਡੇਟਸ ਨੂੰ ਲੈ ਕੇ ਬਹੁਤ ਇਸ਼ੂ ਸੀਗੀ, ਉਹ ਬਹੁਤ ਡਿਲੇ ਹੋਈਆਂ ਹੈ ਨਾ। ਤਾਂ ਬਹੁਤ ਚੀਜ਼ਾਂ ਸੀ, ਬਹੁਤ ਦਿੱਕਤਾਂ ਆਈਆਂ, ਬਟ ਹੁਣ ਇਹ ਲੱਗ ਰਿਹਾ ਕਿ ਓਕੇ ਹੁਣ ਅਸੀਂ ਰੈਡੀ ਹਾਂ, ਸਭ ਕੁਛ ਕੰਪਲੀਟ ਹੋ ਗਿਆ, ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਨਾ। ਤਾਂ ਇੱਕ ਰਿਲੈਕਸੇਸ਼ਨ ਵੀ ਹੈ, ਬਟ ਨਾਲ ਇੱਕ ਐਕਸਾਈਟਮੈਂਟ, ਨਰਵਸਨੈਸ ਵੀ ਹੈ ਕਿ ਯਾਰ ਸਾਡਾ ਕੀਤਾ ਕੰਮ ਲੋਕਾਂ ਨੂੰ ਕਿਵੇਂ ਪਸੰਦ ਆਊਗਾ ਜਾਂ ਕਿਵੇਂ ਹੋਊਗਾ। ਔਰ ਕਿਉਂਕਿ ਬਾਕੀ ਸਾਰੇ ਪੁਰਾਣੇ ਆ, ਉਹਨਾਂ ਨੇ ਬਹੁਤ ਕੰਮ ਕੀਤਾ, ਐਕਸਪੀਰੀਅੰਸ ਨੇ, ਔਰ ਮੇਰਾ ਪਹਿਲਾ ਕੰਮ ਹੈ ਨਾ। ਓਬਵੀਅਸਲੀ ਮੈਨੂੰ ਵੱਧ ਨਰਵਸਨੈਸ ਹੈ ਕਿ ਮੇਰੇ ਕੰਮ ਨੂੰ ਲੋਕ ਕਿਵੇਂ ਦੇਖਦੇ ਆ ਹੈ ਨਾ। ਜਦੋਂ ਫਿਲਮ ਲਿਖੀ ਸੀਗੀ ਉਦੋਂ ਇਹ ਇਮੈਜਿਨ ਕੀਤਾ ਸੀਗਾ ਵੀ ਡਾਕਟਰ ਸਰਤਾਜ ਹੋ ਰਹੇ ਜਾਂ ਨੀਰੂ ਮੈਮ ਹੋ ਰਹੇ ਇਸ ਕਿਰਦਾਰ ਨੂੰ ਨਿਭਾਉਣਗੇ, ਜਾਂ ਫਿਰ ਬਾਅਦ ਵਿੱਚੋਂ ਇਹ ਦਾਦੂ ਸਰ ਹੋਰਾਂ ਦੀ ਚੋਇਸ ਸੀਗੀ? ਹਾਂਜੀ, ਨਹੀਂ, ਇਹ ਸਾਰੀ ਟੀਮ ਬਾਅਦ 'ਚ ਡਿਸਾਈਡ ਕਰਦੀ ਆ। ਸਟੋਰੀ ਲਿਖਦੇ ਸਮੇਂ ਆਪਣੇ ਦਿਮਾਗ 'ਚ ਇੱਦਾਂ ਦਾ ਕੁਛ ਨਹੀਂ ਹੁੰਦਾ। ਅੱਛਾ, ਜੇਕਰ ਮੈਂ ਗੱਲ ਕਰਾਂ ਸਟੋਰੀ ਦੀ, ਫਿਰ ਸਰ ਨੂੰ ਸੁਣਾਉਣੀ, ਦਾਦੂ ਸਰ ਨੂੰ ਸੁਣਾਉਣੀ, ਫਿਰ ਡਾਕਟਰ ਸਰਤਾਜ ਨੂੰ ਸੁਣਾਉਣੀ, ਤਾਂ ਉਹ ਸਭ ਇੱਕ ਪੋਜ਼ੀਟਿਵ ਰਿਸਪੌਂਸ ਮਿਲਣਾ, ਇਸ ਪ੍ਰੋਸੈਸ ਦੇ ਵਿੱਚ ਕਿੰਨਾ ਕੁ ਸਮਾਂ ਲੱਗਿਆ? ਅਤੇ ਜਦੋਂ ਫਿਲਮ ਨੂੰ ਲਿਖ ਰਹੇ ਸੀਗੇ ਉਹ ਪ੍ਰੀ ਪ੍ਰੋਡਕਸ਼ਨ ਕਿੰਨੇ ਕੁ ਸਮੇਂ ਦੀ ਰਹੀ ਸੀ? ਦੇਖੋ, ਪਤਾ ਨਹੀਂ ਕੋਇਨਸੀਡੈਂਟਲੀ ਮਤਲਬ ਮੇਰੇ ਨਾਲ ਚੀਜ਼ਾਂ ਇਸ ਤਰੀਕੇ ਨਾਲ ਹੋਈਆਂ ਕਿ ਜਦੋਂ ਮੈਂ ਦਾਦੂ ਨੂੰ ਸਟੋਰੀ ਸੁਣਾਈ ਤਾਂ ਮੇਰੇ ਕੋਲ ਸਟੋਰੀ ਸੀ, 1 ਲਾਈਨ ਸੀ। ਜਦੋਂ ਮੈਂ ਉਹਨਾਂ ਨੂੰ ਸੁਣਾਈ ਤਾਂ ਉਹ ਬਹੁਤ ਐਕਸਾਈਟਡ ਹੋਈ, ਉਹਨਾਂ ਦਾ ਬਹੁਤ ਪੋਜ਼ੀਟਿਵ ਰਿਸਪੌਂਸ ਸੀ। ਉਹਨਾਂ ਨੇ ਮੈਨੂੰ ਕੌਨਫੀਡੈਂਸ ਦਿੱਤਾ ਕਿ ਤੂੰ ਸਕ੍ਰਿਪਟ ਪ੍ਰੋਪਰ ਲਿਖ ਹੈ ਨਾ। ਜਦੋਂ ਮੈਂ ਲਿਖਿਆ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਨੀਰੂ ਮੈਮ ਕੋਲੇ ਹੈ ਨਾ ਸਕ੍ਰਿਪਟ ਪਹੁੰਚੀ ਸੀਗੀ ਜਾਂ ਉਹਨਾਂ ਨਾਲ ਸ਼ੇਅਰ ਹੋਇਆ ਸੀਗਾ ਆਈਡੀਆ, ਤਾਂ ਉਹ ਬਹੁਤ ਖੁਸ਼ ਸੀਗੇ। ਉਹਨਾਂ ਦਾ ਵੀ ਇੰਨਾ ਪੋਜ਼ੀਟਿਵ ਰਿਸਪੌਂਸ ਸੀਗੇ ਕਿ ਮੈਨੂੰ ਬਿਲੀਵ ਕਰਨ ਲੱਗਿਆ, ਇਹ ਲੱਗੇ ਕਿ ਓਕੇ ਮੈਮ ਨੂੰ ਵਧੀਆ ਲੱਗਿਆ ਜਾਂ ਠੀਕ ਹੈ ਵੀ ਮੈਂ ਹੋਰ ਮਿਹਨਤ ਕਰਾਂ ਹੈ ਨਾ। ਐਂਡ ਦੈਨ ਜਦੋਂ ਅਸੀਂ ਸਰਤਾਜ ਸਰ ਨੂੰ ਨਰੇਟ ਕਰਨੀ ਸੀ ਉਦੋਂ ਮੈਂ ਬਹੁਤ ਨਰਵਸ ਸੀ ਕਿਉਂਕਿ ਸਰ ਬਹੁਤ ਬਰੀਕੀ 'ਚ ਜਾਂਦੇ ਨੇ, ਬਹੁਤ ਡਿਟੇਲਿੰਗ ਚੀਜ਼ਾਂ ਦੀ ਦੇਖਦੇ ਆ ਹੈ ਨਾ, ਉਹ ਹਿਸਟਰੀ 'ਚ ਜਾਂਦੇ ਨੇ। ਤਾਂ ਉਹ ਸਾਰੀ ਪ੍ਰੈਪਰੇਸ਼ਨ ਕਿ ਓਕੇ ਮੈਂ ਰੈਡੀ ਹਾਂ, ਜੇ ਤੁਸੀਂ ਰੈਡੀ ਵੀ ਹੋ ਤਾਂ ਵੀ ਤੁਹਾਨੂੰ ਆਪਦੇ ਡਾਊਟ ਰਹਿੰਦਾ ਕਿ ਕੁਛ ਰਹਿ ਤਾਂ ਨਹੀਂ ਗਿਆ, ਸਭ ਕੁਛ ਓਕੇ। ਐਂਡ ਉਹਨਾਂ ਸਾਹਮਣੇ ਬੈਠ ਕੇ ਨਰੇਟ ਕਰਨਾ ਹੈ ਨਾ, ਉਹ ਚੀਜ਼ਾਂ ਮੇਰੇ 'ਚ ਇੱਕ ਨਰਵਸਨੈਸ ਸੀਗੀ, ਬਟ ਸਾਰਿਆਂ ਦਾ ਬਹੁਤ ਪੋਜ਼ੀਟਿਵ ਰਿਸਪੌਂਸ ਸੀਗਾ ਜਿਹਨੇ ਮੈਨੂੰ ਬਹੁਤ ਕੌਨਫੀਡੈਂਸ ਦਿੱਤਾ। ਤਾਂ ਹੀ ਮੈਂ ਹੋਰ ਮਿਹਨਤ ਨਾਲ ਮਤਲਬ ਇਹਨੂੰ ਜਿਹੜਾ ਹੈਗਾ ਕੰਪਲੀਟ ਕੀਤਾ। ਸੋ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਟੈਕਨੀਕਲੀ ਜੇਕਰ ਅਸੀਂ ਫਿਲਮ ਰਾਈਟਿੰਗ ਦੀ ਗੱਲ ਕਰੀਏ, ਮੈਂ ਵੀ ਇੱਕ ਲੇਖਕ ਹਾਂ ਜਾਂ ਫਿਰ ਹੋਰ
ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ, ਕੀ ਚੀਜ਼ਾਂ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ, ਤੁਸੀਂ ਕੀ ਚੀਜ਼ਾਂ ਦਾ ਧਿਆਨ ਰੱਖਿਆ? ਮੈਨੂੰ ਲੱਗਦਾ ਕਿ ਤੁਸੀਂ ਜੋ ਵੀ ਕੰਮ ਕਰਦੇ ਹੋ ਪਹਿਲਾਂ ਤੁਹਾਨੂੰ ਉਹਦੇ ਬਾਰੇ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਓਕੇ ਤੁਸੀਂ ਇਹ ਕੰਮ ਕਿਉਂ ਚੂਜ਼ ਕਰ ਰਹੇ ਹੋ, ਹੈ ਨਾ। ਕਿ ਫਿਰ ਉਹਦੀ ਜਿਹੜੀ ਇੱਕ ਉਹਦੇ ਪਿਛਲਾ ਜਿਹੜੀ ਜਿੰਨੀ ਨੌਲੇਜ ਹੈ, ਜਿੰਨਾ ਤੁਸੀਂ ਆਪਣੇ ਕਰਾਫਟ 'ਤੇ ਜਿੰਨਾ ਤੁਸੀਂ ਸਪੈਂਡ ਕਰ ਸਕਦੇ ਹੋ, ਜਿੰਨਾ ਤੁਸੀਂ ਟਾਈਮ ਦੇ ਸਕਦੇ ਹੋ, ਜਿੰਨਾ ਸਿੱਖ ਸਕਦੇ ਹੋ, ਹੈ ਨਾ, ਤਾਂ ਉਹ ਪ੍ਰੋਪਰ ਤੁਹਾਨੂੰ ਜਿਹੜੀ ਹੈ ਮਿਹਨਤ ਨਾਲ ਆਉਣਾ ਚਾਹੀਦਾ, ਆਪਦੇ ਕੰਮ ਲਈ ਪੂਰੇ ਪ੍ਰਪੇਅਰ ਹੋ ਕੇ ਆਉਣਾ ਚਾਹੀਦਾ, ਤਾਂ ਕਿ ਤੁਸੀਂ ਨਾਲ ਦੀ ਨਾਲ ਤਾਂ ਤੁਸੀਂ ਸਿੱਖਦੇ ਹੀ ਰਹਿੰਦੇ ਹੋ। ਐਸਾ ਨਹੀਂ ਹੈ ਕਿ ਤੁਹਾਡੀ ਲਰਨਿੰਗ ਹੈ ਜਿਹੜੀ ਕੰਪਲੀਟ ਹੋ ਜਾਂਦੀ ਹੈ, ਬਟ ਇੱਕ ਬੇਸਿਕ ਜਿਹੜਾ ਸਭ ਤੁਸੀਂ ਕਿਸੇ ਵੀ ਫੀਲਡ 'ਚ ਜਾਣਾ ਤੁਹਾਨੂੰ ਉਹਦਾ ਕਲੀਅਰ ਹੋਣਾ ਚਾਹੀਦਾ। ਤੁਸੀਂ ਪਿੱਛੇ ਇੱਕ ਉਹਦੇ 'ਤੇ ਪੂਰੀ ਮਿਹਨਤ ਕੀਤੀ ਹੋਣੀ ਚਾਹੀਦੀ ਹੈ, ਤਾਂ ਕਿ ਤੁਹਾਨੂੰ ਜਿਹੜੇ ਆ ਕਿ ਚੈਲੰਜਸ ਤਾਂ ਤੁਹਾਨੂੰ ਆਉਣੇ ਹੀ ਆਉਣੇ ਆ, ਹੈ ਨਾ। ਤੁਹਾਨੂੰ ਤੁਹਾਡੇ ਘੱਟੋ ਘੱਟ ਤੁਹਾਨੂੰ ਆਪਦੇ ਕੰਮ ਬਾਰੇ ਪੂਰਾ ਪਤਾ ਹੋਵੇ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਤੁਹਾਨੂੰ ਉਹਦੀ ਨੌਲੇਜ ਹੋਵੇ। ਅੱਛਾ, ਇੱਕ ਕੁੜੀ ਦਾ ਦੂਜੀ ਕੁੜੀ ਦੇ ਕਿਰਦਾਰ ਨੂੰ ਸਮਝਣਾ ਥੋੜ੍ਹਾ ਜਿਹਾ ਈਜ਼ੀ ਹੁੰਦਾ, ਜਿਵੇਂ ਹੁਣ ਰਾਬੀਆ ਦੇ ਕਿਰਦਾਰ ਨੂੰ ਤੁਸੀਂ ਕਿਹਾ ਕਿ ਤੁਸੀਂ ਇੱਕ ਚੀਜ਼ ਆਬਜ਼ਰਵ ਕੀਤੀ ਸੀ, ਉਸ ਤੋਂ ਬਾਅਦ ਤੁਹਾਨੂੰ ਆਈਡੀਆ ਆਇਆ, ਤੁਸੀਂ ਸੋਚਿਆ ਕਿ ਮੈਂ ਇਸ ਨੂੰ ਰਿਪਰੈਜ਼ੈਂਟ ਕਰਾਂ, ਰਾਈਟ। ਅਤੇ ਬਾਅਦ ਵਿੱਚ ਜਿਹੜੇ ਉਹਦੇ ਵਿੱਚ ਜਿਹੜਾ CJ ਸਰ ਨੇ ਕਰੈਕਟਰ ਨਿਭਾਇਆ, ਥੋੜ੍ਹਾ ਗ੍ਰੇ ਸ਼ੇਡ ਕਰੈਕਟਰ ਵੀ ਹੈ, ਅਤੇ ਜੇਕਰ ਸਰਤਾਜ ਹੋਰਾਂ ਦੀ ਕਰੈਕਟਰ ਦੀ ਗੱਲ ਕਰੀਏ ਤਾਂ ਉਹ ਹਰ ਕਰੈਕਟਰ ਦਾ ਬਰੀਕੀ ਨਾਲ ਧਿਆਨ ਰੱਖਣਾ, ਉਹਦੇ ਵਿੱਚ ਆਬਜ਼ਰਵੇਸ਼ਨ ਕਿੰਨੀ ਕੁ ਲੱਗੀ? ਓਬਵੀਅਸਲੀ ਇਹ ਚੀਜ਼ਾਂ ਆਬਜ਼ਰਵੇਸ਼ਨ 'ਚੋਂ ਹੀ ਆਉਂਦੀਆਂ ਨੇ। ਜਦੋਂ ਤੁਸੀਂ ਰੀਅਲ ਕੈਰੈਕਟਰਸ ਨੂੰ ਦੇਖਦੇ ਹੋ, ਨੋਟਿਸ ਕਰਦੇ ਹੋ, ਫਿਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਆਪਣੇ ਕੈਰੈਕਟਰਸ ਕ੍ਰੀਏਟ ਕਰਦੇ ਹੋ ਤਾਂ ਸਭ ਤੋਂ ਵੱਡਾ ਚੈਲੰਜ ਹੁੰਦਾ ਔਥੈਂਟਿਸਿਟੀ, ਕਿ ਉਹ ਕਿੰਨੇ ਕੁ ਔਥੈਂਟਿਕ ਲੱਗਦੇ ਨੇ, ਕਿੰਨੇ ਕੁ ਰੀਅਲ ਲੱਗਦੇ ਨੇ, ਹੈ ਨਾ। ਇਹ ਨਹੀਂ ਆ ਕਿ ਉਹ ਤੁਸੀਂ ਉੱਤੋਂ ਦੀ ਗੱਲ, ਇੱਕ ਸਰਫੇਸ ਲੈਵਲ ਦੀ ਗੱਲ ਕਰੋ, ਇੱਕ ਡੈਪਥ ਕਿੰਨੀ ਕੁ ਤੁਹਾਡੇ ਕਰੈਕਟਰ 'ਚ, ਹੈ ਨਾ। ਚਾਹੇ ਤੁਹਾਡਾ ਕਰੈਕਟਰ ਹੈ ਜਿਹੜਾ ਸੋਚ ਪੱਖੋਂ ਜਾਂ ਖਿਆਲ ਪਿੱਛੋਂ ਹਲਕਾ, ਉਹ ਇੰਨਾ ਡੂੰਘਾ ਨਹੀਂ ਸੋਚਦਾ, ਬਟ ਉਹਨੂੰ ਵੀ ਤੁਸੀਂ ਕਿਵੇਂ ਉਹ ਇੰਨਾ ਔਥੈਂਟਿਕ ਕਿਵੇਂ ਲੱਗਦਾ, ਹੈ ਨਾ। ਤਾਂ ਉਹ ਓਬਵੀਅਸਲੀ ਚੈਲੰਜ ਹੁੰਦਾ, ਪਹਿਲਾਂ ਲਿਖਣ 'ਚ ਹੁੰਦਾ, ਫਿਰ ਉਹਨੂੰ ਦਰਸਾਉਣ 'ਚ ਹੁੰਦਾ, ਫਿਰ ਐਕਟਰ 'ਤੇ ਵੀ ਬਹੁਤ ਡਿਪੈਂਡ ਕਰਦਾ, ਹੈ ਨਾ। ਤਾਂ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਨੂੰ ਔਥੈਂਟਿਸਿਟੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਔਥੈਂਟਿਸਿਟੀ ਕਿਤੇ ਕੰਪਰੋਮਾਈਜ਼ ਨਾ ਹੋਵੇ। ਅਸੀਂ ਆਮ ਪਰਿਵਾਰਾਂ ਤੋਂ ਬਿਲੋਂਗ ਕਰਦੇ ਹਾਂ ਜਿਨ੍ਹਾਂ ਦੇ ਮਾਪੇ ਜਾਂ ਦਾਦੇ ਦਾਦੀ ਕੋਈ ਫਿਲਮ ਲਾਈਨ ਦੇ ਵਿੱਚੋਂ ਨਹੀਂ ਹੁੰਦੇ, ਅਤੇ ਜਦੋਂ ਅਸੀਂ ਲਿਖਦੇ ਹਾਂ ਤਾਂ ਅਸੀਂ ਇੱਕ ਨੋਰਮਲੀ ਆਪਣੇ ਕਮਰੇ ਦੇ ਵਿੱਚ ਬੈਠ ਕੇ ਜਾਂ ਫਿਰ ਆਪਣੇ ਕਿਸੇ ਜੇ ਅਸੀਂ PG ਵਗੈਰਾ 'ਚ ਰਹਿੰਦੇ ਹਾਂ ਉੱਥੇ ਬੈਠ ਕੇ ਅਸੀਂ ਲਿਖ ਲੈਂਦੇ, ਪਰ ਇੱਕ ਨਾ ਬੜੀ ਪਰਸੈਪਸ਼ਨ ਬਣਾਈ ਗਈ ਹੈ ਵੀ ਰਾਈਟਰ ਨੂੰ ਬਹੁਤ ਸਾਰਾ ਖੁੱਲ੍ਹਾ ਸਪੇਸ, ਗਰੀਨਰੀ, ਇਹ ਉਹ ਚੀਜ਼ਾਂ ਚਾਹੀਦੀਆਂ ਹੁੰਦੀਆਂ। ਤੁਹਾਨੂੰ ਲੱਗਦਾ ਵੀ ਇਹ ਪਰਸੈਪਸ਼ਨ ਠੀਕ ਹੈ? ਤੁਹਾਡੇ ਨਾਲ ਕਦੇ ਇੱਦਾਂ ਹੋਇਆ ਵੀ ਮੈਨੂੰ ਪਰਟੀਕੂਲਰ ਮਾਹੌਲ ਚਾਹੀਦਾ, ਮੈਂ ਉੱਥੇ ਹੀ ਲਿਖ ਸਕਦੀ ਹਾਂ, ਜਾਂ ਫਿਰ ਆਪਣੇ ਮਾਈਂਡ ਦੇ ਵਿੱਚ ਆਈਡੀਆਜ਼? ਦੇਖੋ, ਮੈਨੂੰ ਲੱਗਦਾ ਕਿ ਤੁਹਾਡੇ ਮਾਈਂਡ ਦੇ ਵਿੱਚ ਆਈਡੀਆਜ਼ ਹਮੇਸ਼ਾ ਚੱਲਦੇ ਰਹਿੰਦੇ ਆ, ਹੈ ਨਾ, ਕਿ ਚੀਜ਼ਾਂ ਤੁਹਾਡੇ ਦਿਮਾਗ 'ਚ ਪ੍ਰੋਸੈਸ ਹੁੰਦੀਆਂ ਰਹਿੰਦੀਆਂ। ਕੋਈ ਵੀ ਚੀਜ਼ ਜਿਵੇਂ ਇਹ ਆਈਡੀਆ ਮੇਰੇ ਮਾਈਂਡ 'ਚ ਆਇਆ ਤਾਂ 3-4 ਸਾਲ ਉਹ ਮੇਰੇ ਮਾਈਂਡ 'ਚ ਪ੍ਰੋਸੈਸ ਕਰਦਾ ਰਿਹਾ। ਮੈਂ ਖਾ ਰਹੀ ਹਾਂ, ਪੀ ਰਹੀ ਹਾਂ, ਕੁਛ ਦੇਖ ਰਹੀ ਹਾਂ, ਤਾਂ ਉਹ ਮੇਰੇ ਮਾਈਂਡ 'ਚ ਚੱਲਦਾ ਰਹੂਗਾ। ਦੈਨ ਜਦੋਂ ਮੈਨੂੰ ਲੱਗੂਗਾ ਕਿ ਹਾਂ ਇਨਫ ਹੁਣ ਚੀਜ਼ਾਂ, ਮਤਲਬ ਮੈਨੂੰ ਹੁਣ ਲਿਖਣ ਦੀ ਲੋੜ ਹੈ, ਹੁਣ ਮੈਨੂੰ ਇਹਨੂੰ ਥੋੜ੍ਹਾ ਵਾਈਂਡ ਅਪ ਕਰਨ ਦੀ ਲੋੜ ਹੈ ਕਿ ਮੈਂ ਇਹਨੂੰ ਲਿਖਾਂ, ਤਾਂ ਦੈਨ ਉਹ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦੇ ਇਨਸਾਨ ਹੋ। ਤੁਸੀਂ ਇਕੱਲੇ ਬਹਿ ਕੇ ਲਿਖਣਾ ਚਾਹੁੰਦੇ ਹੋ ਜਾਂ ਤੁਸੀਂ ਬਾਹਰ ਬਹਿ ਕੇ ਲਿਖਣਾ ਚਾਹੁੰਦੇ ਹੋ, ਹਰੇਕ ਬੰਦੇ ਦੀ ਨੇਚਰ ਹੈ। ਮੈਨੂੰ ਲੱਗਦਾ ਉਹਦੇ ਅਕੋਰਡਿੰਗ ਜੋ ਉਹਨੂੰ ਕੰਫਰਟੇਬਲ ਮਾਹੌਲ ਹੈ ਉਹਦੇ 'ਚ ਬਹਿ ਕੇ ਉਹ ਆਪਦਾ ਸਾਰਾ ਮਤਲਬ ਚੀਜ਼ਾਂ ਨੂੰ ਕੰਪਾਈਲ ਕਰਦਾ। ਤੁਸੀਂ ਕਿਸ ਤਰੀਕੇ ਲਿਖੀ ਸੀ? ਆਪਦੇ ਘਰੇ ਬਹਿ ਕੇ ਜਾਂ ਫਿਰ ਕਿਤੇ ਸਪੇਸ ਆਪਣੇ ਲਈ ਲੱਭੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਹੀ ਰਹੀ ਕਿ ਮੈਂ ਹੋਸਟਲ 'ਚ ਸੀਗੀ ਜਦੋਂ ਇਹ ਸਾਰਾ ਕੁਛ ਮੇਰੇ ਮਾਈਂਡ 'ਚ ਚੱਲਦਾ ਰਹਿੰਦਾ ਸੀ ਕਿ ਮੈਂ ਸਟੋਰੀ ਲਿਖੀ ਜਸਟ ਕਿ ਤਾਂ ਮੈਂ ਰਾਤ ਨੂੰ ਵੀ ਉੱਠ ਕੇ ਜਦੋਂ ਮੈਨੂੰ ਲੱਗਣਾ ਕਿ ਯਾਰ ਆਹ ਸੀਨ ਇਹਦੇ 'ਚ ਆਹ ਆਈਡੀਆ ਹੋਣਾ ਚਾਹੀਦਾ, ਮੈਂ ਰਾਤ ਨੂੰ ਉੱਠ ਕੇ ਲਿਖਣ ਲੱਗ ਜਾਣਾ, ਹੈ ਨਾ। ਉਹਨੂੰ ਲਿਖ ਕੇ ਰੱਖ ਲੈਣਾ, ਅੱਛਾ ਇਹਦੇ 'ਚ ਮੈਂ ਆਹ ਚੀਜ਼ ਵੀ ਪਾਊਂਗੀ, ਇਹਦੇ 'ਚ ਆਹ ਵੀ ਹੋ ਸਕਦਾ, ਹੈ ਨਾ। ਤਾਂ ਉਹ ਸਾਰੀਆਂ ਚੀਜ਼ਾਂ ਕਿ ਕੀ ਇਹਦੇ 'ਚ ਪੋਸੀਬਲ ਹੋ ਸਕਦਾ, ਕਿਵੇਂ ਕ੍ਰਿਸਪੀ ਹੋ ਸਕਦੀ ਹੈ, ਕੀ ਡਰਾਮਾ ਹੋ ਸਕਦਾ, ਹੈ ਨਾ। ਉਹ ਕਿਉਂਕਿ ਹਰ ਟਾਈਮ ਤੁਹਾਡੇ ਮਨ ਦੇ ਵਿੱਚ ਖਿਆਲ ਚੱਲ ਰਿਹਾ ਤਾਂ ਉਹ ਚੀਜ਼ਾਂ ਤੁਹਾਨੂੰ ਕਲਿੱਕ ਹੁੰਦੀਆਂ ਰਹਿੰਦੀਆਂ ਨੇ, ਹੈ ਨਾ, ਕਿਉਂਕਿ ਆਲੇ ਦੁਆਲੇ ਦੀਆਂ ਸਰਾਊਂਡਿੰਗਸ 'ਚੋਂ ਵੀ ਚੀਜ਼ਾਂ ਰਿਫਲੈਕਟ ਹੁੰਦੀਆਂ ਨੇ। ਐਂਡ ਬਟ ਜਦੋਂ ਇਹਨੂੰ ਐਜ਼ ਏ ਸਕ੍ਰਿਪਟ ਮੈਂ ਲੋਕਡਾਊਨ 'ਚ ਲਿਖਿਆ ਸੀਗਾ, ਅਤੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਦਾਦੂ ਨੂੰ ਨਰੇਟ ਕਰਨੀ ਸੀਗੀ ਤਾਂ ਮੈਂ ਆਪਣੇ ਕਜ਼ਨ ਦੇ ਘਰੇ ਸੀਗੀ ਮੁਕਤਸਰ, ਐਂਡ ਉਹਨਾਂ ਦੇ ਲੱਕੜ ਵਾਲੇ ਮਿਸਤਰੀ ਲੱਗੇ ਹੋਏ ਸੀ। ਲਾਈਕ ਹੁੰਦਾ ਨਾ ਮਸ਼ੀਨ ਇੱਕ ਚੱਲਦੀ, ਉਹਦਾ ਬਹੁਤ ਉਹ ਹੁੰਦਾ, ਅਤੇ ਗਰਮੀ ਬਹੁਤ ਸੀ, ਜੂਨ ਦਾ ਮਹੀਨਾ ਸੀਗਾ, ਮੈਨੂੰ ਸਪੇਸ ਨਹੀਂ ਮਿਲ ਰਹੀ ਸੀ। ਮੈਂ ਦਾਦੂ ਨੂੰ ਰਿਕਾਰਡ ਕਰਕੇ ਭੇਜਣਾ ਸੀ, ਮੈਂ ਕਿੱਥੇ ਭੇਜਾਂ, ਐਂਡ ਲੋਕਡਾਊਨ ਸੀ, ਤੁਸੀਂ ਬਾਹਰ ਨਹੀਂ ਜਾ ਸਕਦੇ, ਹੈ ਨਾ। ਤਾਂ ਮੈਂ ਉਹਨਾਂ ਦੀ ਪੌੜੀਆਂ 'ਚ ਬੈਠ ਕੇ ਗਰਮੀ ਦੇ ਵਿੱਚ ਉੱਥੇ ਬੈਠ ਕੇ ਉਹਨਾਂ ਨੂੰ ਨਰੇਟ ਕੀਤੀ ਸੀ, ਉੱਥੇ ਬੈਠ ਕੇ ਹੀ ਲਿਖੀ ਸੀ ਕਿ ਚਲੋ ਮੈਂ ਇੱਥੇ ਬੈਠ ਕੇ ਲਿਖਦੀ ਹਾਂ, ਹੈ ਨਾ। ਤਾਂ ਉਹ ਮਤਲਬ ਜੋ ਪੋਸੀਬਲ ਤੁਹਾਨੂੰ ਲੱਗਦਾ ਉਦੋਂ ਸਪੇਸ ਵੀ ਯਾਰ ਔਰ ਮੈਨੂੰ ਲੱਗਦਾ ਕਿ ਜਦੋਂ ਕੰਮ ਇਸ ਤਰੀਕੇ ਨਾਲ ਹੁੰਦਾ ਕਿ ਤੁਸੀਂ ਕਰਨਾ ਹੀ ਕਰਨਾ, ਉਦੋਂ ਸ਼ਾਇਦ ਤੁਸੀਂ ਸਪੇਸ ਭੁੱਲ ਜਾਂਦੇ ਹੋ ਕਿ ਤੁਸੀਂ ਰੌਲਾ ਰੱਪਾ ਕਿਵੇਂ ਦੀ ਸਪੇਸ ਹੈ। ਅੱਛਾ, ਜੇਕਰ ਮੈਂ ਇੱਕ ਗੱਲ ਕਰਾਂ ਇਸ ਫਿਲਮ ਨੂੰ ਸਕ੍ਰਿਪਟ ਤੋਂ ਸਕਰੀਨ ਤੱਕ ਲੈ ਕੇ ਆਉਣਾ ਕਿੰਨੇ ਕੁ ਚੈਲੰਜਿਸ ਰਹੇ? ਅਤੇ ਦੂਸਰਾ ਇੱਕ ਇਹ ਵੀ ਚੈਲੰਜ ਹੁੰਦਾ ਕਿ ਇਹ ਬਹੁਤ ਸੀਰੀਅਸ ਟੌਪਿਕ ਹੈ, ਅਸੀਂ ਟ੍ਰੇਲਰ ਵੇਖ ਕੇ ਵੀ ਦੇਖਿਆ, ਅਤੇ ਉਹਦੇ ਵਿੱਚ ਐਂਟਰਟੇਨਮੈਂਟ ਫੈਕਟਰ ਵੀ ਪਾਉਣਾ, ਉਹਦੇ ਵਿੱਚ ਹਰ ਤਰੀਕੇ ਦੇ ਰਸ ਪਾਉਣੇ ਜੋ ਕਿ ਆਡੀਅנס ਨੂੰ ਵੀ ਚੰਗੇ ਲੱਗਣ, ਅਤੇ ਜੋ ਇੱਕ ਕਮਰਸ਼ੀਅਲ ਲੈਵਲ 'ਤੇ ਵੀ ਮਤਲਬ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਵੀ ਓਬਵੀਅਸਲੀ ਜੇ ਅਸੀਂ ਕੋਈ ਕਨਸੈਪਟ ਲੈ ਕੇ ਆ ਰਹੇ ਹਾਂ ਤਾਂ ਉਹਨੂੰ ਜੇ ਕਮਰਸ਼ੀਅਲੀ ਧਿਆਨ ਨਾਲ ਰੱਖਿਆ ਗਿਆ ਤਾਂ ਸਾਨੂੰ ਅੱਗੇ ਮੌਕੇ ਮਿਲਣੇ ਔਖੇ ਹੋ ਜਾਂਦੇ ਆ। ਇਹ ਸਭ ਚੀਜ਼ਾਂ ਨੂੰ ਕੰਪਲੀਟ ਕਰਨ ਵਿੱਚ ਕੀ ਚੈਲੰਜ ਰਹੇ?
ਦੇਖੋ ਮੈਨੂੰ ਨਹੀਂ ਲੱਗਦਾ ਕਿ ਅਸੀਂ ਜੋ ਵੀ ਇਹਦੇ ਵਿੱਚ ਰੋਮਾਂਸ ਵਾਲਾ ਐਂਗਲ ਆ ਜਾਂ ਕੁਝ ਵੀ ਆ ਵੀ ਉਹ ਅਸੀਂ ਆਪਦੇ ਕਰੈਕਟਰਸ ਤੋਂ ਜਾਂ ਸਟੋਰੀਜ਼ ਤੋਂ ਹਟ ਕੇ ਕੁਝ ਅਲੱਗ ਤੋਂ ਐਡ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ। ਅਸੀਂ ਫੋਰਸਫੁਲੀ ਕੁਝ ਵੀ ਇਹਦੇ 'ਚ ਐਡ ਨਹੀਂ ਕੀਤਾ। ਸਾਡੇ ਕਰੈਕਟਰਸ ਦੀ ਜਰਨੀ ਦੇ ਵਿੱਚ, ਰਾਬੀਆ ਦੀ ਜਰਨੀ 'ਚ, ਦੀਦਾਰ ਦੀ ਜਰਨੀ 'ਚ, ਅਨੰਤ ਦੀ ਜਰਨੀ 'ਚ ਜੋ ਚੀਜ਼ਾਂ ਆਉਂਦੀਆਂ ਨੇ ਹੈ ਨਾ, ਜਿਵੇਂ ਸਾਡੀ ਸਾਰਿਆਂ ਦੀ ਲਾਈਫ ਦੇ ਵਿੱਚ ਇੱਕ ਹੀ ਤਰ੍ਹਾਂ ਦਾ ਰੰਗ ਨਹੀਂ ਹੁੰਦਾ ਹੈ ਨਾ। ਇੱਕੇ ਟਾਈਮ 'ਤੇ ਸਾਡੀ ਫੈਮਿਲੀ 'ਚ ਕੋਈ ਟ੍ਰੈਜਡੀ ਚੱਲ ਰਹੀ ਹੁੰਦੀ ਹੈ ਐਂਡ ਦੂਸਰੀ ਸਾਈਡ ਸਾਡਾ ਕਿਤੇ ਕੋਈ ਰਿਲੇਸ਼ਨ ਚੱਲ ਰਿਹਾ ਹੈ ਨਾ, ਸਾਡੀ ਕਿਤੇ ਫਰੈਂਡਸ਼ਿਪ ਚੱਲ ਰਹੀ ਹੈ, ਤਾਂ ਉਹ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ। ਕੁਝ ਵੀ ਇਹ ਨਹੀਂ ਹੁੰਦਾ ਕਿ ਸਾਡੀ ਜ਼ਿੰਦਗੀ 'ਚ ਇੱਕ ਖਾਸ ਟਾਈਮ ਹੁੰਦਾ ਕਿ ਯਾਰ ਹੁਣ ਸਿਰਫ ਇਹੀ ਚੀਜ਼ ਚੱਲ ਰਹੀ ਹੈ, ਹੁਣ ਇਹ ਅੱਛਾ ਹੀ ਚੱਲ ਰਿਹਾ, ਹੁਣ ਸਿਰਫ ਬੁਰਾ ਹੀ ਚੱਲ ਰਿਹਾ ਹੈ ਨਾ। ਤਾਂ ਸਾਡੀ ਲਾਈਫ 'ਚ ਬਹੁਤ ਸਾਰੇ ਤਰ੍ਹਾਂ ਦੇ ਇਮੋਸ਼ਨਸ ਐਂਡ ਸਿਚੁਏਸ਼ਨ ਜਿਹੜੀਆਂ ਸਾਈਮਲਟੇਨੀਅਸਲੀ ਚੱਲਦੀਆਂ ਰਹਿੰਦੀਆਂ ਹੈ ਨਾ। ਉਵੇਂ ਹੀ ਸਾਡੀ ਸਟੋਰੀ ਆ, ਉਹਦੇ 'ਚ ਵੀ ਉਹਨਾਂ ਦੀ ਲਾਈਫ ਦੇ ਵਿੱਚ ਕੁਝ ਥੋੜ੍ਹਾ ਬੁਰਾ ਹੋ ਰਿਹਾ, ਚੰਗਾ ਹੋ ਰਿਹਾ, ਤਾਂ ਮਿਕਸਡ ਕਾਈਂਡ ਆਫ ਚੀਜ਼ਾਂ ਚੱਲਦੀਆਂ ਰਹਿੰਦੀਆਂ, ਜਿਨ੍ਹਾਂ ਨੂੰ ਅਸੀਂ ਇੱਕ ਪ੍ਰੋਪਰ ਇੱਕ ਫਿਲਮ ਦੀ ਫਾਰਮ ਦੇ ਕੇ, ਸਕ੍ਰਿਪਟ ਦੀ ਫਾਰਮ ਦੇ ਕੇ ਹੈ ਨਾ, ਅਸੀਂ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਉਹਦੇ 'ਚ ਅਸੀਂ ਕੁਝ ਵੀ ਮੈਨੂੰ ਲੱਗਦਾ ਫੋਰਸਫੁਲੀ ਐਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਔਰ ਇਹੀ ਮੈਨੂੰ ਲੱਗਦਾ ਇਸ ਫਿਲਮ ਦੀ ਖੂਬਸੂਰਤੀ ਹੈ। ਕੁਝ ਅਜਿਹਾ ਜੋ ਦਰਸ਼ਕਾਂ ਨੂੰ ਦੱਸਣਾ ਚਾਹੋ ਤੇ ਮੈਂ ਨਾ ਪੁੱਛਾਂ? ਨਹੀਂ, ਮੈਨੂੰ ਲੱਗਦਾ ਤੁਸੀਂ ਸਭ ਕੁਝ ਪੁੱਛ ਹੀ ਲਿਆ। ਬਾਕੀ ਮੈਂ ਇਹ ਕਹੂੰਗੀ ਕਿ 3 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ, ਜ਼ਰੂਰ ਸਿਨੇਮਾ ਘਰਾਂ 'ਚ ਜਾ ਕੇ ਦੇਖੋ। ਆਈ ਹੋਪ ਕਿ ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ, ਅਸੀਂ ਖੁਸ਼ ਹੋ ਕੇ ਬਾਹਰ ਆਵਾਂਗੇ ਅਤੇ ਅਸੀਂ ਤੁਹਾਡੇ ਰਿਵਿਊਜ਼ ਲਈ ਰੈਡੀ ਹਾਂ। ਸੋ ਬਹੁਤ ਹੀ ਚੰਗਾ ਲੱਗਾ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਉਮੀਦ ਆ ਫਿਲਮ ਦਰਸ਼ਕਾਂ ਨੂੰ ਚੰਗੀ ਲੱਗੂਗੀ। 3 ਫਰਵਰੀ ਨੂੰ ਆਪਾਂ ਸਿਨੇਮਾ ਘਰਾਂ ਵਿੱਚ ਸਾਰਿਆਂ ਨੇ ਦੇਖਣੀ ਆ। ਸੋ ਫਿਲਮ ਦੇਖ ਕੇ ਜ਼ਰੂਰ ਤੁਹਾਨੂੰ ਰਿਵਿਊ ਦੇਵਾਂਗੇ ਕਿਹੋ ਜਿਹੀ ਲੱਗੀ, ਤੇ ਆਲ ਦਾ ਵੈਰੀ ਬੈਸਟ ਆਉਣ ਵਾਲੀਆਂ ਫਿਲਮਾਂ ਲਈ, ਗਾਣੇ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ।